ख्वातीन हजरात ये अज 16ਵੀਂ किस्त है मेरी खुद नविश दी। इस तो पहले मैं 15 किस्तां ਜਿਹੜੀਆਂ ਨੇ ਇਹਦੀਆਂ ਰਿਕਾਰਡ ਕਰ ਚੁੱਕਾ ਹਾਂ। ਉਹ ਤੁਸੀਂ ਮੇਰੇ YouTube ਚੈਨਲ ਤੇ ਜਾਂ Facebook ਪੇਜ ਜਿਹੜਾ ਮੇਰਾ ਉਹਦੇ ਤੇ ਦੇਖ ਸਕਦੇ ਹੋ। ਔਰ ਸਭ ਤੋਂ ਬੜਾ ਮਕਸਦ ਜਿਹੜਾ ਇਹ ਆਟੋਬਾਇਓਗ੍ਰਾਫੀ ਰਿਕਾਰਡ ਕਰਨ ਦਾ ਆਪਣੀ ਕਿ ਮੇਰੇ ਜਨਮ ਤੋਂ ਲੈ ਕੇ ਤੇ ਹੁਣ ਤੱਕ ਮੈਂ ਕਿਹੜੀ ਕਿਹੜੀ ਜਗ੍ਹਾ ਤੇ ਰਿਹਾ। ਅੱਲਾਹ ਤਾਲਾ ਨੇ ਮੌਕੇ ਦਿੱਤੇ ਮੁਖਤਲਿਫ ਮੁਲਕਾਂ 'ਚ ਜਾਣ ਦੇ ਔਰ ਆਪਣੇ ਪਾਕਿਸਤਾਨ ਦੇ ਵਿੱਚ ਮੁਖਤਲਿਫ ਜਗ੍ਹਾ ਤੇ ਰਹਿਣ ਦੇ। ਤੇ ਜ਼ਾਹਿਰ ਉਹਦੇ ਮਕਾਸਦ ਤਾਲੀਮੀ ਸਨ, ਜੌਬ ਦੇ ਸਨ, ਟ੍ਰੇਨਿੰਗ ਦੇ ਸਨ। ਲੇਕਿਨ ਜਿਵੇਂ ਜਿਵੇਂ ਬੰਦਾ ਸਫ਼ਰ ਕਰਦਾ ਤਿਵੇਂ ਤਿਵੇਂ ਉਹਦਾ ਨੌਲੇਜ ਜਿਹੜਾ ਹੈ ਉਹਦੇ ਨਾਲ बढ़दा ਹੈ, ਉਹਦਾ ਇਲਮ ਜਿਹੜਾ ਹੈ ਉਹ बढ़दा ਹੈ, ਉਹਦੀ ਜਿਹੜੀ ਮੈਂਟਲ ਫੈਕਲਟੀਜ਼ ਨੇ ਉਹ ਗਰੋ ਕਰਦੀਆਂ ਨੇ। ਔਰ ਇਹਦਾ ਇੰਪੈਕਟ ਬੰਦੇ ਦੀ ਆਪਣੀ ਜ਼ਿੰਦਗੀ ਤੇ ਹੁੰਦਾ ਹੈ। ਔਰ ਜ਼ਿੰਦਗੀ ਜ਼ਾਹਿਰ ਹੈ ਇੱਕ ਨਸ਼ੇਬੋ ਫਰਾਜ਼ ਦਾ ਨਾਮ ਹੈ। ਲੇਕਿਨ ਅਗਰ ਇਨਸਾਨ ਆਪਣੇ ਜ਼ਿੰਦਗੀ ਦੇ ਤਜਰਬਾਤ ਤੋਂ ਸਿੱਖਦਾ ਨਾ ਹੁੰਦਾ ਤੇ ਅੱਜ ਵੀ ਇਨਸਾਨ ਜਿਹੜਾ ਉਹ ਪੱਥਰ ਦੇ ਦੌਰ 'ਚ ਬੈਠਾ ਹੁੰਦਾ। ਲੇਕਿਨ ਅਸੀਂ ਸਾਰੇ ਹੀ ਇੱਕ ਦੂਸਰੇ ਕੋਲੋਂ ਸਿੱਖਨੇ ਆ, ਸਮਝਨੇ ਆ ਕਿ ਕਿਵੇਂ ਕਿਵੇਂ ਵਕਤ ਗੁਜ਼ਰਦਾ ਹੈ। ਜਿਵੇਂ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਅਰਜ਼ ਕੀਤਾ ਸੀ ਕਿ ਜਦੋਂ ਮੈਂ 1969 ਦੇ ਵਿੱਚ 10 ਸਾਲ ਦੀ ਉਮਰ 'ਚ ਕਰਾਚੀ ਚਲਾ ਗਿਆ, ਇੱਕ ਪਿੰਡ ਛੱਡ ਕੇ, ਤੇ ਪਿੰਡ ਦੇ ਮਾਹੌਲ ਦਾ ਤੇ ਕਰਾਚੀ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਪਿਛਲੀ ਆਪਣੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦਿਨਾਂ ਦੇ ਸਿਆਸੀ ਹਾਲਾਤ ਜਿਹੜੇ ਕਿ ਫੌਜੀ ਹੁਕਮਰਾਨ ਅਯੂਬ ਖਾਨ ਸਾਹਿਬ ਪਹਿਲੋਂ ਸਨ, ਫਿਰ ਯਾਹਿਆ ਸਾਹਿਬ ਹੁਕਮਰਾਨ ਬਣ ਗਏ, ਔਰ ਜੋ ਕੁਛ ਫਿਰ ਸਾਡੀ ਜਿਹੜਾ ਸਿਆਸੀ ਅਦਮ ਇਸਤਕਾਮ ਪੈਦਾ ਹੋਇਆ, ਨਫ਼ਰਤਾਂ ਨੇ ਜਨਮ ਲਿਆ, ਔਰ ਸਾਰੇ ਈਸਟ ਪਾਕਿਸਤਾਨ ਦੇ ਵਾਕਿਆਤ ਜਿਵੇਂ ਜਿਵੇਂ ਹੋਏ, ਮੈਂ ਕੋਈ ਤੋਂ ਦਾ ਤਜ਼ਕਰਾ ਪਿਛਲੀ ਵੀਡੀਓ ਦੇ ਵਿੱਚ ਕੀਤਾ ਹੈ। ਹੁਣ ਅੱਜ ਮੈਂ ਜਿਹੜਾ ਅੱਜ ਦੀ ਮੇਰੀ ਵੀਡੀਓ ਇਹ ਹੈ ਕਿ ਮੈਂ ਜਾ ਕੇ, ਕਿਉਂਕਿ ਮੈਂ ਤੋਂ 6ਵੀਂ ਚੋਂ ਪਿੰਡ ਦੇ ਸਕੂਲ ਦੇ ਵਿੱਚੋਂ ਗਿਆ ਸਾਂ, ਤੇ ਜਾ ਕੇ ਮੈਂ ਉੱਥੇ 6ਵੀਂ ਤੇ 7ਵੀਂ ਸਕੂਲ ਦਾ ਜਿਹੜਾ ਉਹ ਮੇਰਾ ਇਮਤਿਹਾਨ ਲਿਆ। ਅਲੀਮੀਆ ਬॉयਜ਼ ਸਕੂਲ ਸੀ ਨਾਰਥ ਨਾਜ਼ਮਾਬਾਦ ਦੇ ਵਿੱਚ। ਔਰ ਉੱਥੇ ਉਹਨਾਂ ਨੇ ਮੇਰਾ ਜਿਸ ਟੈਸਟ ਲਿਆ ਤੇ ਉਹਨਾਂ ਨੇ ਕਿਹਾ ਜੀ ਤੁਸੀਂ 6ਵੀਂ ਚ ਨਹੀਂ ਬਲਕਿ 7ਵੀਂ ਵਿੱਚ ਤੁਸੀਂ ਸਾਡੇ ਕੋਲ ਦਾਖਲ ਹੋ ਜਾਓ। ਉਹ ਮੈਂ 69 ਦੇ ਵਿੱਚ 7ਵੀਂ ਦੇ ਵਿੱਚ ਉੱਥੇ 1969 ਚ ਦਾਖਲ ਹੋ ਗਿਆ। ਔਰ ਬਹੁਤ ਫਰਕ ਸੀ ਕਿ ਪਿੰਡ ਦੇ ਵਿੱਚ ਜਿੱਥੇ ਅਸੀਂ ਮਲਾਈਸ਼ੀਆ ਪਾ ਕੇ ਜਾਂਦੇ ਸਾਂ, ਮਲੇਸ਼ੀਆ ਦੇ ਸੂਟ ਵਗੈਰਾ ਹੁੰਦੇ ਸਨ, ਇੱਕ ਹੀ ਸੂਟ ਹੁੰਦਾ ਸੀ ਜ਼ਾਹਿਰ ਹੈ, ਕਾਲੇ ਰੰਗ ਦਾ ਸੁੱਥਣ ਤੇ ਕੁੜਤਾ, ਤੇ ਉਹ ਜਾਂ ਸਲੇਟੀ ਹੋਣੀ ਤੇ ਜਾਂ ਸਲੇਟ ਹੋਣੀ ਜਾਂ ਤਖਤੀ ਹੋਣੀ, ਫੱਟੀ ਜਿਹਨੂੰ ਆਉਂਦੇ ਨੇ, ਤੇ ਜਾਂ ਦਵਾਤ ਹੋਣੀ। ਤੇ ਮਾਸਟਰ ਸਾਹਿਬ ਨੇ ਸਾਨੂੰ ਜਿਹੜਾ ਸਬਕ ਸੁਬਕ ਦੇਣਾ ਸੀ ਪੜ੍ਹ ਲੈਣਾ। ਯਾਦ ਰਹੇ ਕਿ 5ਵੀਂ ਤੱਕ ਮੈਂ ਅੰਗਰੇਜ਼ੀ ਨਹੀਂ ਸੀ ਪੜ੍ਹੀ ਨਾ, ਤੇ ਉਦੋਂ ਅੰਗਰੇਜ਼ੀ 6ਵੀਂ ਚ ਹੁੰਦੀ ਸੀ। ਉਦੋਂ ਮਜ਼ਮੂਨ ਰੱਖਦੇ ਹੁੰਦੇ ਹਨ, ਜਾਂ ਬੰਦਾ ਅੰਗਰੇਜ਼ੀ ਰੱਖ ਲੇ ਜਾਂ ਫਾਰਸੀ ਰੱਖ ਲੇ ਜਾਂ ਅਰਬੀ ਰੱਖ ਲੇ, ਇਹੋ ਜਿਹੇ ਇਖਤਿਆਰੀ ਮਜ਼ਾਮੀਨ ਹੁੰਦੇ ਸਨ। ਤੇ ਮੈਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਜਿਵੇਂ 6ਵੀਂ ਤੇ ਮੈਂ ਉੱਥੇ ਠੱਠੇ ਸਕੂਲ 'ਚ ਦਾਖਲ ਹੋਇਆ ਸਾਂ। ਲੇਕਿਨ ਅੰਗਰੇਜ਼ੀ ਉਦੋਂ ਹੀ ABC ਜਿਹੜੀ ਉਹ ਸਿੱਖਣਾ ਸ਼ੁਰੂ ਕੀਤੀ ਸੀ, ਪਹਿਲੋਂ ਅੰਗਰੇਜ਼ੀ ਕੋਈ ਨਹੀਂ ਸੀ ਹੈਗੀ। ਜਿਸ ਵੇਲੇ ਕਰਾਚੀ ਆ ਗਿਆ ਤੇ ਇੱਥੇ ਜ਼ਾਹਿਰ ਹੈ 7ਵੀਂ 'ਚ ਫਿਰ ਦਾਖਲ ਹੋ ਗਿਆ। ਇੱਥੇ ABCDEFGH ਜੋ ਕੁਝ ਮਾੜਾ ਚੰਗਾ ਪਹਿਲੋਂ ਆਉਂਦਾ ਸੀ, 6ਵੀਂ 'ਚ ਕੁਝ ਮਹੀਨੇ ਮੈਂ ਉੱਥੇ ਲਾਏ ਸਨ ਠੱਠੇ ਸਕੂਲ ਵਿੱਚ। ਇੱਥੇ ਆ ਕੇ ਅੰਗਰੇਜ਼ੀ, ਹੁਣ ਮਾਹੌਲ ਦੀ ਇੱਕ ਤਬਦੀਲੀ ਜ਼ਰਾ ਨਜ਼ਰ 'ਚ ਰਹੇ, ਤੁਹਾਡੀ ਜ਼ਿਹਨ 'ਚ ਰਹੇ ਤੁਹਾਡੇ, ਕਿ ਉੱਥੇ ਪੰਜਾਬੀ ਸੀ ਚਾਰ ਚਫੇਰੇ ਅਸੀਂ ਘਰ ਦੇ ਵਿੱਚ ਬਾਹਰ ਆਪਣੇ ਜਿਹੜੇ ਹਮ ਜਮਾਤ ਸਨ ਉਹਨਾਂ ਨਾਲ ਪੰਜਾਬੀ ਬੋਲੀ ਦੀ ਸੀ। ਉਸਾਤਜ਼ਾ ਦੇ ਨਾਲ ਵੀ ਬੋਲੀ ਜਿਹੜੀ ਸਾਡੀ ਪੰਜਾਬੀ ਹੁੰਦੀ ਸੀ। ਤੇ ਜਿਹੜਾ ਵੀ ਅਸੀਂ ਪੜ੍ਹਨਾ ਹੁੰਦਾ ਸੀ ਉਰਦੂ ਵਿੱਚ, ਉਹ ਜ਼ਾਹਿਰ ਹੈ ਮੁਆਸ਼ਰਤੀ ਉਲੂਮ ਵਗੈਰਾ ਜਾਂ ਦੀਨੀਆਤ ਜਿਹੜੀ ਹੈ, ਜਾਂ ਹਿਸਾਬ ਦੇ ਵਿੱਚ ਜਿਹੜਾ ਹਿਸਾਬ ਵੀ ਪੰਜਾਬੀ 'ਚ ਤਕਰੀਬਨ ਹੁੰਦਾ ਸੀ। ਲੇਕਿਨ ਦੀਨੀਆਤ ਵਗੈਰਾ ਮੁਆਸ਼ਰਤੀ ਉਲੂਮ ਇਹ ਸਾਡੇ ਜਿਹੜੇ ਨੇ ਉਰਦੂ 'ਚ ਪੜ੍ਹ ਲਈਦੇ ਸਨ। ਤੇ ਉਰਦੂ ਜ਼ਾਹਿਰ ਅਸੀਂ ਪੜ੍ਹ ਵੀ ਲੈਂਦੇ ਸਾਂ ਤੇ ਮਾੜੀ ਚੰਗੀ ਅਸੀਂ ਬੋਲ ਵੀ ਲੈਂਦੇ ਸਾਂ। ਲੇਕਿਨ ਜਿਹੜਾ ਇੰਪੈਕਟ ਹੁੰਦਾ ਕਿ ਤੁਸੀਂ ਪੰਜਾਬ ਦਾ ਇੱਕ ਮਾਹੌਲ ਛੱਡ ਕੇ ਤੁਸੀਂ ਉਸ ਮਾਹੌਲ 'ਚ ਆ ਗਏ ਜਿੱਥੇ ਮੈਂ ਆ ਕੇ ਤੇ ਮੇਰੇ ਇਰਦ ਗਿਰਦ ਸਾਰੇ ਉਰਦੂ ਹੀ ਬੋਲਦੇ ਸਨ। ਜ਼ਾਹਿਰ ਹੈ ਕਿ ਉੱਥੇ ਉਰਦੂ ਸਪੀਕਿੰਗ ਪੋਪੂਲੇਸ਼ਨ ਜ਼ਿਆਦਾ ਸੀ। ਗੋ ਕਿ ਪੰਜਾਬੀ ਜਾਂ ਪਖਤੂਨ ਸਾਡੇ ਭਰਾ ਜਾਂ ਸਿੰਧੀ ਕਾਫੀ ਉੱਥੇ ਤਾਦਾਦ 'ਚ ਰਹਿੰਦੇ ਸਨ। ਕਰਾਚੀ ਦੇ ਵਿੱਚ ਇੱਕ ਮੈਟਰੋਪੋਲੀਟਨ ਸਿਟੀ ਸੀ, ਬਹੁਤ ਬੜਾ ਸ਼ਹਿਰ ਸੀ। ਲੇਕਿਨ ਉੱਥੇ ਜਿਹੜੀ ਮੇਜਰ ਲੈਂਗੁਏਜ ਇਸਤੇਮਾਲ ਸਕੂਲ ਦੇ ਵਿੱਚ ਹੁੰਦੀ ਸੀ ਉਹ ਉਰਦੂ ਹੀ ਹੁੰਦੀ ਸੀ। ਤੇ ਜ਼ਾਹਿਰ ਹੈ ਕਿ ਮੇਰੀ ਉਰਦੂ ਨਿਸਬਤਨ ਜਿਹੜੀ ਪੰਜਾਬ 'ਚ ਮੈਂ ਰਹਿੰਦਾ ਸਾਂ ਉਹਦੇ ਨਾਲੋਂ ਨਿਸਬਤਨ ਉਹ ਬਿਹਤਰ ਹੋ ਗਈ। ਔਰ ਜਿਹੜਾ ਉਹ ਚਾਰ ਚਫੇਰੇ ਮੇਰੇ ਹਮਜਮਾਤ ਹੁੰਦੇ ਸਨ ਜਿਹੜੇ ਕਿ ਉਰਦੂ ਸਪੀਕਿੰਗ ਸਨ, ਔਰ ਉਹਨਾਂ ਦੇ ਵਿੱਚ ਜ਼ਾਹਿਰ ਹੈ ਕਿ ਉਰਦੂ ਸਪੀਕਿੰਗ ਉਹ ਵੀ ਸਨ ਜਿਹੜੇ ਕਿ
1947 ਚ ਪਾਕਿਸਤਾਨ ਬਣਿਆ ਤੇ ਉਦੋਂ ਵੀ ਕੁਝ ਉੱਥੇ ਮਾਈਗ੍ਰੇਟ ਹੋਏ, ਤੇ ਉਹਨਾਂ ਦੇ ਵਿੱਚੋਂ ਬਹੁਤ ਲੋਕ ਐਸੇ ਵੀ ਸਨ ਜਿਹੜੇ ਕਿ ਬੰਗਾਲ ਬਿਹਾਰ ਦੇ ਇਲਾਕਿਆਂ ਦੇ ਵਿੱਚੋਂ ਆ ਕੇ ਤੇ ਉੱਥੇ ਮੂਵ ਹੋਏ ਸਨ, ਔਰ ਉੱਥੇ ਰਹਿੰਦੇ ਸਨ ਕਰਾਚੀ ਦੇ ਵਿੱਚ। ਉਹਨਾਂ ਕਰਾਚੀ ਦੀ ਜਿਹੜੀ ਤਾਲੀਮ ਸੀ, ਉਹ ਬੰਦੇ ਦੀ ਫਿਰਦੇ ਟੁਰਦੇ ਐਜੂਕੇਸ਼ਨ ਸੀ ਕਿ ਪਿੰਡ ਦੇ ਵਿੱਚ 435 ਘਣੀਆਂ ਜਿੱਥੋਂ ਮੈਂ ਆਇਆ ਸਾਂ, ਉੱਥੇ ਤਾਂ ਕੋਈ ਬਿੱਲ ਬੋਰਡ, ਕੋਈ ਸਾਈਨ ਬੋਰਡ, ਕੋਈ ਮਸ਼ਹੂਰੀ ਵਾਸਤੇ ਇਸ਼ਤਿਹਾਰ ਨਹੀਂ ਸਨ ਲੱਗੇ ਹੁੰਦੇ। ਜ਼ਾਹਿਰ ਇੱਕ ਵੱਡਾ ਸ਼ਹਿਰ ਸੀ। ਇੱਥੇ ਕਿਸੇ ਵੀ ਸੜਕ ਤੇ ਚਲੇ ਜਾਓ, ਉੱਥੇ ਕੋਈ ਨਾ ਕੋਈ ਵੱਡਾ ਵੱਡਾ ਇਸ਼ਤਿਹਾਰ ਜਿਹੜਾ ਉਹ ਕੁਝ ਉਰਦੂ ਚ ਲਿਖੇ ਹੋਣੇ, ਕੋਈ ਅੰਗਰੇਜ਼ੀ ਚ ਲਿਖੇ ਹੋਣੇ। ਹਰ ਪੁਲ ਤੇ ਚੜ੍ਹਦਿਆਂ ਤੇ ਪੁਲ ਤੋਂ ਉਤਰਦਿਆਂ ਤੇ ਕਿਸੇ ਸਿਨੇਮੇ ਦੇ ਸਾਹਮਣੇ ਵੇਖਣਾ, ਤੇ ਹਰ ਜਗ੍ਹਾ ਚਾਰ ਚਫੇਰੇ ਜਿਹੜਾ ਉਹ ਇਸ਼ਤਿਹਾਰ ਹੀ ਇਸ਼ਤਿਹਾਰ ਹੁੰਦੇ ਸਨ ਮੌਜੂਦ, ਔਰ ਉਹ ਬਹੁਤ ਬੜੀ ਐਜੂਕੇਸ਼ਨ ਸੀ। ਇੱਕ ਤੇ ਉਹ ਇਸ਼ਤਿਹਾਰਾਂ ਨਾਲ ਬੜੀ ਐਜੂਕੇਸ਼ਨ ਹੁੰਦੀ ਸੀ। ਦੂਸਰਾ, ਜਿਨ੍ਹਾਂ ਬੱਚਿਆਂ ਦੇ ਨਾਲ ਮੇਰੇ ਹਮਜਮਾਤ ਜਿਹੜੇ ਹੈਗੇ ਸਨ, ਮੈਂ ਵੀ ਉਦੋਂ ਛੋਟਾ ਹੀ ਸਾਂ, ਤੇ ਉਹਨਾਂ ਦੇ ਨਾਲ ਰਹਿ ਕੇ ਜਿਹੜੀ ਐਜੂਕੇਸ਼ਨ ਹੁੰਦੀ ਸੀ, ਉਹਦਾ ਕੋਈ ਨੇਮਲ ਬਦਲ ਹੈ ਹੀ ਨਹੀਂ ਸੀ। ਇਸ ਵਾਸਤੇ ਕਿ ਉਹਨਾਂ ਦਾ ਕਲਚਰ ਡਿਫਰੈਂਟ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਡਿਫਰੈਂਟ, ਉਹਨਾਂ ਦੀ ਲੈਂਗੁਏਜ ਡਿਫਰੈਂਟ। ਤੇ ਜ਼ਾਹਿਰ ਹੈ ਉਹਨਾਂ ਦੇ ਵਿੱਚ 6ਵੀਂ 7ਵੀਂ, ਜਿਸ ਵੇਲੇ ਮੈਂ 7ਵੀਂ 'ਚ ਦਾਖਲ ਹੋਇਆ ਲੀਮੀਆ ਬॉयਜ਼ ਸਕੂਲ ਦੇ ਵਿੱਚ, ਤੇ ਉਹਨਾਂ ਦੇ ਨਾਲ ਹੀ ਮੇਰਾ ਬਹਿਣ ਉੱਠਣ ਸੀ। ਉੱਥੇ ਜਿਹੜਾ ਹੋਮਵਰਕ ਵਗੈਰਾ ਮਿਲਣਾ, ਉਹ ਹੋਮਵਰਕ ਆ ਕੇ ਮੈਂ ਕਰ ਲੈਣਾ। ਤੇ ਉੱਥੇ ਯਾਦ ਰਹੇ ਇਸ ਗੱਲ ਦਾ ਕਿ ਉੱਥੇ ਉਦੋਂ ਵੀ ਦੋ ਦੋ ਸ਼ਿਫਟਾਂ ਚੱਲਦੀਆਂ ਸਨ। ਇੱਕ ਸ਼ਿਫਟ ਉਹ ਸੀ ਜਿਹੜੇ 8 ਤੋਂ ਲੈ ਕੇ 2 ਵਜੇ ਤੱਕ ਸਕੂਲਾਂ ਦੀ ਹੁੰਦੀ ਸੀ। ਉਸੇ ਸਕੂਲ ਦੇ ਵਿੱਚ 2 ਤੋਂ ਬਾਅਦ ਦੂਸਰੀ ਸ਼ਿਫਟ ਸ਼ੁਰੂ ਹੋ ਜਾਂਦੀ ਸੀ। ਇਸ ਤਾਲੀਮ ਦਾ ਇਹ ਹਾਲ ਸੀ। ਉਸ ਜ਼ਮਾਨੇ ਦੇ ਵਿੱਚ ਕੋਈ ਟਿਊਸ਼ਨ ਅਕੈਡਮੀ ਵਗੈਰਾ ਜਿਹੜੀਆਂ ਨੇ ਇਹ ਨਹੀਂ ਸੀ ਹੁੰਦੀਆਂ, ਬਲਕਿ ਇਹਨਾਂ ਨੂੰ ਬੁਰਾ ਸਮਝਿਆ ਜਾਂਦਾ ਸੀ। ਟੀਚਰਸ ਜਿਹੜੇ ਹੁੰਦੇ ਹਨ ਬੜੇ ਡੈਡੀਕੇਟਿਡ ਹੁੰਦੇ ਸਨ, ਬੜੀ ਮਿਹਨਤ ਕਰਾਉਂਦੇ ਹੁੰਦੇ ਸਨ। ਸਵੇਰ ਦੀ ਟੀਚਰ ਦੀ ਸ਼ਿਫਟ ਹੋਰ ਹੁੰਦੀ ਸੀ, ਸ਼ਾਮ ਦੀ ਟੀਚਰਾਂ ਦੀ ਸ਼ਿਫਟ ਹੋਰ ਹੁੰਦੀ ਸੀ। ਲੇਕਿਨ ਉਸ ਬਿਲਡਿੰਗ ਦਾ ਸਹੀ ਇਸਤੇਮਾਲ ਹੁੰਦਾ ਸੀ ਜਿਹੜੀ ਸਕੂਲ ਵਾਸਤੇ ਰੱਖੀ ਜਾਂਦੀ ਸੀ। ਮੈਂ ਐਲੀਮੀਆ ਬॉयਜ਼ ਸਕੂਲ ਦੀ ਗੱਲ ਕਰਨਾ ਕਿ ਇੱਕ ਮਾਰਨਿੰਗ 8 ਤੋਂ ਲੈ ਕੇ 2 ਤੱਕ ਸ਼ਿਫਟ ਚੱਲਣੀ, ਇੱਕ ਫਿਰ ਅੱਗੇ 2-3 ਵਜੇ ਤੋਂ ਲੈ ਕੇ ਸ਼ਾਮ ਤੱਕ ਦੂਸਰੀ ਸ਼ਿਫਟ ਚੱਲਣੀ। ਔਰ ਇਹਦੇ ਨਾਲ ਇਹ ਸੀ ਕਿ ਮੈਕਸਿਮਮ ਅਗਰ 100 ਬੱਚਾ ਜਾਂ 200 ਬੱਚਾ ਦਾਖਲ ਇੱਕ ਸ਼ਿਫਟ 'ਚ ਹੁੰਦਾ, ਤੇ ਇੰਨੇ ਬੱਚੇ ਦੂਸਰੇ 'ਚ ਹੁੰਦੇ ਸਨ। ਉੱਥੇ ਜਿਹੜਾ ਲਿਟਰੇਸੀ ਦਾ ਰੇਟ ਸੀ ਉਸ ਵਕਤ, ਉਹ ਬਹੁਤ ਜ਼ਿਆਦਾ ਸੀ ਉਸ ਨਾਲੋਂ ਜਿਹੜਾ ਕਿ ਅਸੀਂ ਪਿੰਡਾਂ ਵਿੱਚ ਵਹਿੰਦੇ ਸਾਂ ਕਿ ਅਕਸਰੀਅਤ ਸਕੂਲਾਂ 'ਚ ਦਾਖਲ ਹੀ ਨਹੀਂ ਸੀ ਹੁੰਦੀ। ਲੇਕਿਨ ਉੱਥੇ ਜ਼ਾਹਿਰ ਹੈ ਕਿ ਬੱਚੇ ਦਾਖਲ ਹੁੰਦੇ ਸਨ, ਉਹਨਾਂ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਸੀ। ਉਹਨਾਂ ਨੂੰ ਇੰਗਲਿਸ਼ ਵੀ ਉੱਥੇ ਹੁੰਦੀ ਸੀ, ਉਰਦੂ ਵੀ ਹੁੰਦੀ ਸੀ, ਬਾਕੀ ਜਿਹੜੇ ਸਾਇੰਸ ਦੇ ਮਜ਼ਾਮੀਨ ਨੇ ਜਾਂ ਦੂਸਰੇ ਜਿਹੜੇ ਨੇ ਉਹ ਜ਼ਾਹਿਰ ਹੈ ਕਿ ਉੱਥੇ ਹੁੰਦੇ ਸਨ। ਹੁਣ ਇਹਦੇ ਵਿੱਚ ਜਿਹੜਾ ਇਹ ਤਾਂ ਤਾਲੀਮ ਦੇ ਹਵਾਲੇ ਨਾਲ ਕਿ ਮੈਂ ਉੱਥੇ ਦਾਖਲ ਹੋ ਗਿਆ, ਕਿ ਉਹ ਸੈਕੰਡ ਸ਼ਿਫਟ ਮੇਰੀ ਹੁੰਦੀ ਸੀ। ਸੈਕੰਡ ਸ਼ਿਫਟ ਦੇ ਵਿੱਚ ਭਾਈ ਵੱਡੇ ਜਿਹੜੇ ਨੇ, ਇਹਨਾਂ ਨੇ ਸਟੇਟ ਬੈਂਕ ਚੋਂ ਜੌਬ ਕਰਦੇ ਸਨ। ਵੱਡੇ ਦੋਨੋਂ ਭਾਈ, ਇਹਨਾਂ ਨੇ ਸਟੇਟ ਬੈਂਕ ਚਲੇ ਜਾਣਾ। ਛੋਟੇ ਜ਼ਕਾਉल्ला ਸਾਹਿਬ ਮਰਹੂਮ ਹੁੰਦੇ ਸਨ, ਅੱਲਾ ਗਰੀਕ ਰਹਿਮਤ ਕਰੇ, ਉਹਨਾਂ ਨੇ ਅਬਦੁੱਲਾ ਕਾਲਜ ਹੁੰਦਾ ਸੀ ਉੱਥੇ ਲਾਗੇ, ਅਬਦੁੱਲਾ ਕਾਲਜ ਚਲੇ ਜਾਣਾ। ਤੇ ਮੈਂ ਸੈਕੰਡ ਸ਼ਿਫਟ ਜਿਹੜਾ ਮੈਂ ਚਲੇ ਜਾਣਾ ਸਕੂਲ। ਤੇ ਉਹ ਰੋਟੀ ਸ਼ੋਟੀ ਵੀ ਆਪ ਹੀ ਜਿਹੜੀ ਹੈ ਅੱਲਾਹ ਤਾਲਾ ਗਰੀਕ ਰਹਿਮਤ ਕਰੇ ਭਾਈ ਜ਼ਕਾਉल्ला ਮੇਰੇ ਤੋਂ ਵੱਡੇ ਨੇ, ਉਹ ਹੀ ਬਣਾ ਬਣੂ ਲੈਂਦੇ ਹੁੰਦੇ ਸੀ, ਹਾਂਡੀ ਹੁੰਡੀ। ਤੇ ਇਹ ਅਸੀਂ ਸਾਡਾ ਰੋਟੀ ਟੁੱਕਰ ਬਸ ਇਸੇ ਤਰ੍ਹਾਂ ਹੀ ਚੱਲਦਾ ਸੀ, ਗੁਜ਼ਾਰਾ ਹੁੰਦਾ ਸੀ। ਬੜਾ ਅੱਲਾ ਦਾ ਸ਼ੁਕਰ ਹੈ। ਆ ਕੇ ਰਾਤ ਨੂੰ ਜਿਸਲੇ ਵਾਪਸ ਆਉਣਾ ਤੇ ਭਾਈਆਂ ਵੱਡਿਆਂ ਨੇ ਪੁੱਛਣਾ, ਹਾਂ ਬਈ ਜ਼ਫਰ ਅੱਜ ਕਿਹੜਾ ਹੋਮਵਰਕ ਮਿਲਿਆ, ਕੀ ਹੋਮਵਰਕ ਮਿਲਿਆ। ਤੇ ਮੇਰੇ ਜਿਹੜੇ ਅੰਗਰੇਜ਼ੀ ਦੇ ਸਹੀ ਉਸਤਾਦ ਨੇ, ਮੇਰੇ ਵੱਡੇ ਭਾਈ, ਭਾਈ ਅਸਲਮ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਖੁਸ਼ ਰੱਖੇ, ਸਿਹਤ ਤੰਦਰੁਸਤੀ ਦੇਵੇ। ਮਾਸ਼ਾਅੱਲਾ 80-85 ਸਾਲ ਉਹਨਾਂ ਦੀ ਉਮਰ ਹੈ ਤੇ ਹਾਲੀ ਸਿਹਤਮੰਦ ਨੇ, ਤੰਦਰੁਸਤ ਨੇ। ਬਹਰਹਾਲ ਕਮਜ਼ੋਰੀ, ਜ਼ਈਫ ਬੰਦਾ ਹੋ ਹੀ ਜਾਂਦਾ ਹੈ। ਲੇਕਿਨ ਉਹ ਇੰਗਲਿਸ਼ ਦੇ ਮੇਰੇ ਉਸਤਾਦ ਉਹ ਸਨ। ਉਹਨਾਂ ਜ਼ਮਾਨੇ 'ਚ ਇੰਗਲਿਸ਼ ਤਾਂ ਇਹੋ ਸਭ ਤੋਂ ਜ਼ਿਆਦਾ 6ਵੀਂ 7ਵੀਂ 'ਚ ਹੁੰਦਾ ਸੀ ਕਿ ਟੈਂਸ ਆਉਣੇ ਚਾਹੀਦੇ ਨੇ, ਸਪੈਲਿੰਗ ਆਉਣੇ ਚਾਹੀਦੇ ਨੇ। ਉਹਨਾਂ ਨੇ ਬੜੀ ਮਿਹਨਤ ਨਾਲ, ਕੋਸ਼ਿਸ਼ ਨਾਲ ਮੈਨੂੰ ਪੜ੍ਹਾਏ, ਤੇ ਮੈਨੂੰ ਅੰਗਰੇਜ਼ੀ ਸਿੱਖਣ 'ਚ ਜਿਹੜਾ ਕੋਈ ਏਡੀ ਤੰਗੀ ਮਹਿਸੂਸ ਨਹੀਂ ਹੋਈ। ਮੈਨੂੰ ਆਸਾਨੀ ਨਾਲ ਮੈਂ ਸਿੱਖ ਗਿਆ। ਫਿਰ ਹੌਲੀ ਹੌਲੀ ਜਿਹੜੇ ਸੈਂਟੈਂਸ ਲਿਖਣੇ, ਟੈਂਸ ਦਾ ਹਿਸਾਬ ਰੱਖਣਾ, ਉਹ ਮੇਰਾ ਕੰਮ ਜਿਹੜਾ ਉਹ ਠੀਕ ਹੁੰਦਾ ਰਿਹਾ। ਯਾਦ ਰਹੇ ਕਿ ਇਹ ਕਰਾਚੀ ਦਾ ਉਹ ਦੌਰ ਸੀ ਜਿੱਥੇ ਇੱਥੇ ਹੁਣ ਤੁਸੀਂ ਅੱਜ ਕੱਲ੍ਹ ਵਹਿੰਦੇ ਹੋ ਨਾ, ਤੁਸੀਂ ਯੂਰਪ 'ਚ ਆਉਂਦੇ ਹੋ, ਸ਼ਮਾਲੀ ਅਮਰੀਕਾ 'ਚ ਕਿਤੇ ਆਉਂਦੇ ਹੋ, ਤੁਸੀਂ ਵਹਿੰਦੇ ਹੋ ਉੱਥੇ ਟ੍ਰੇਨਾਂ ਚੱਲਦੀਆਂ ਸ਼ਹਿਰਾਂ ਦੇ ਵਿੱਚ, ਤੁਸੀਂ ਜਿਹੜਾ ਟਰਾਮਾਂ ਚੱਲਦੀਆਂ ਨੇ, ਡਬਲ ਡੈਕਰ ਬੱਸਾਂ ਚੱਲਦੀਆਂ ਨੇ, ਤੇ ਤੁਹਾਨੂੰ ਬੜਾ ਫੈਸੀਨੇਟਿੰਗ ਲੱਗਦਾ ਹੈ। ਇਹ ਉਸ ਜ਼ਮਾਨੇ ਦੇ ਵਿੱਚ 1969 ਦੀ ਮੈਂ ਗੱਲ ਕਰਨ ਡਿਆ ਕਿ 1969 ਦੇ ਵਿੱਚ ਇਸ ਤਾਲੀਮ ਤੋਂ ਹਟ ਕੇ ਹੁਣ ਮੈਂ ਅੱਗੇ ਚੱਲਣਾ ਕਿ ਕਰਾਚੀ ਦਾ ਮਾਹੌਲ ਕੀ ਸੀ। ਕਰਾਚੀ ਕਿੱਥੇ ਸਟੈਂਡ ਕਰਦਾ ਸੀ। ਜਿਹੜਾ ਤੁਸੀਂ ਸੁਣਿਆ ਨਾ ਰੋਸ਼ਨੀਆਂ ਦਾ ਸ਼ਹਿਰ ਕਰਾਚੀ, ਇਹ ਵਾਕਿਆ ਹੀ ਉਦੋਂ ਰੋਸ਼ਨੀਆਂ ਦਾ ਸ਼ਹਿਰ ਹੁੰਦਾ ਸੀ। ਇਹਦੀ ਬੱਤੀ ਜੇ ਬੁਝਾਈ ਹੈ ਤੇ ਉਸ ਤੋਂ ਬਾਅਦ 80 ਦੀ ਦਹਾਈ ਤੋਂ ਬਾਅਦ ਇਹਦੀ ਬੱਤੀ ਬੁਝਣੀ ਸ਼ੁਰੂ ਹੋਈ ਕਿ ਜਿਹੜੀ
ਉਸ ਤੋਂ ਬਾਅਦ ਦੰਗਾ ਫਸਾਦ ਜਿਹੜਾ ਇਹ 80 90 ਤੋਂ ਬਾਅਦ ਚੀਜ਼ਾਂ ਚੱਲਦੀਆਂ ਰਹੀਆਂ। 80 ਤੱਕ ਚੀਜ਼ਾਂ ਤਕਰੀਬਨ ਨਾਰਮਲ ਰਹੀਆਂ, 70 75 ਤੱਕ ਤੁਸੀਂ ਕਹਿ ਲਓ। ਇਹ ਉੱਥੇ ਹੁਣ ਟਰਾਂਸਪੋਰਟ ਦਾ ਮੈਂ ਤੁਹਾਨੂੰ ਦੱਸਿਆ ਹੈ ਕਿ ਡਬਲ ਡੈਕਰ ਬੱਸਾਂ ਹੁੰਦੀਆਂ ਸਨ, ਟਰਾਮ ਚੱਲਦੀ ਹੁੰਦੀ ਸੀ, ਫਿਰ 14 ਸਟੇਸ਼ਨ ਰੇਲਵੇ ਸਟੇਸ਼ਨ ਵਿਦਨ ਕਰਾਚੀ ਜਿਹੜੇ ਉਹ ਹੁੰਦੇ ਸਨ, ਜਿਹੜੀ ਕਿ ਜਿਹਨੂੰ ਕਹਿੰਦੀ ਕਰਾਚੀ ਸਰਕੂਲਰ ਰੇਲਵੇ ਜਾਂ KCR, ਕਿ ਜਿਹੜਾ ਲਾਂਡੀ ਤੋਂ ਲੈ ਕੇ ਤੇ ਮਲੀਰ, ਮਲੀਰ ਕੈਂਟ, ਡਰਿਗ ਰੋਡ, ਡਰਿਗ ਕਲੋਨੀ, ਫਿਰ ਅੱਗੇ ਨਾਜ਼ਮਾਬਾਦ, ਨਾਰਥ ਨਾਜ਼ਮਾਬਾਦ ਤੇ ਸ਼ੇਰ ਸ਼ਾਹ ਤੇ ਪਤਾ ਨਹੀਂ ਕਿਹੜੇ ਕਿਹੜੇ ਕਿਮਾੜ, ਇਹੋ ਜਿਹੇ ਸਟੇਸ਼ਨ ਸਾਰੇ ਹੀ ਉਦੋਂ ਵੀ ਮੌਜੂਦ ਸਨ ਉਹ। ਔਰ ਲੋਕੀ ਉੱਤੇ ਸਵਾਰੀ ਕਰਦੇ ਸਨ। ਹੁਣ ਅੱਜ ਕੱਲ ਕਾਫੀ ਦੇਰ ਉਹ ਮੇਰਾ ਖਿਆਲ ਹੈ ਕਿ ਉਹ ਜਿਹੜੀ ਸਰਕੂਲਰ ਰੇਲਵੇ ਬੰਦ ਰਹੀ ਹੈ। ਸ਼ਨੀਦ ਹੈ ਕਿ ਹੁਣ ਦੁਬਾਰਾ ਬਹਾਲ ਹੋਈ ਹੈ, ਲੇਕਿਨ ਮੈਨੂੰ ਉਹਦਾ ਪੱਕਾ ਪਤਾ ਨਹੀਂ ਕਿ ਉਹ ਬਹਾਲ ਹੋਈ ਹੈ ਨਹੀਂ ਹੋਈ, ਲੇਕਿਨ ਬੜੀ ਸਹੂਲਤ ਸੀ ਉਹ। ਫਿਰ ਉਸ ਜਗ੍ਹਾ ਤੋਂ ਜਿਸ ਸਾਡਾ ਜਿਹੜਾ ਸਟੇਟ ਬੈਂਕ ਕੁਆਰਟਰ ਜਿੱਥੇ ਮੈਂ ਰਹਿਣਾ ਸਾਂ, ਉਸ ਤੋਂ ਤਕਰੀਬਨ ਕਿਲੋਮੀਟਰ 1.5 ਕਿਲੋਮੀਟਰ ਦੇ ਫਾਸਲੇ ਤੇ ਸੀ ਪਾਪੋਸ਼ ਨਗਰ, ਬੜੀ ਮਾਰੂਫ ਇਲਾਕਾ ਸੀ। ਉੱਥੋਂ ਬੱਸਾਂ ਚੱਲਦੀਆਂ ਹੁੰਦੀਆਂ ਟਾਵਰ ਵਾਸਤੇ, ਕਿ ਟਾਵਰ ਇੱਕ ਇਲਾਕਾ ਹੈਗਾ ਜਿਹੜਾ ਕਿ ਸਟੇਸ਼ਨ ਦੇ ਕਰਾਚੀ ਸਿਟੀ ਸਟੇਸ਼ਨ ਜਿਹੜਾ ਉਹਦੇ ਕਰੀਬ ਹੀ ਹੈ। ਸਟੇਟ ਬੈਂਕ ਵੀ ਉੱਥੇ ਹੁੰਦਾ ਸੀ, ਕਿਉਂਕਿ ਭਾਈ ਮੇਰੇ ਸਟੇਟ ਬੈਂਕ ਜੌਬ ਕਰਦੇ ਸਨ। ਤੇ ਉੱਥੋਂ ਉਹ 2 ਨੰਬਰ ਗਾਲਬਨ ਬੱਸ ਹੁੰਦੀ ਸੀ ਜਾਂ 1C ਹੁੰਦੀ ਸੀ, ਉੱਥੋਂ ਮੈਂ ਜਿਹੜਾ ਉਹ ਬੱਸ ਤੇ ਬਹਿ ਕੇ ਤੇ ਕਦੀ ਉਹਨਾਂ ਦੇ ਨਾਲ ਚਲੇ ਜਾਣਾ। ਸਟੇਟ ਬੈਂਕ ਜਿਹੜਾ ਉਹਨਾਂ ਉੱਥੇ ਉਹਨਾਂ ਨੂੰ ਲਾਗੇ ਬਹਿ ਕੇ, ਲਾਗੇ ਕੁਰਸੀ ਤੇ ਮੈਂ ਬਹਿ ਰਹਿਣਾ। ਖਾਸ ਤੌਰ ਤੇ ਛੁੱਟੀਆਂ ਦੇ ਵਿੱਚ ਜੇ ਮੈਂ ਉੱਥੇ ਹੁੰਦਾ ਸਾਂ, ਅਵਲ ਤੇ ਮੈਂ ਛੁੱਟੀਆਂ ਦੇ ਵਿੱਚ ਮੈਂ ਵਾਪਸ ਪਿੰਡ ਆ ਜਾਂਦਾ ਸਾਂ। ਅੱਬਾ ਜੀ ਦੀ ਖਾਹਿਸ਼ ਹੁੰਦੀ ਸੀ ਕਿ ਮੈਂ ਵਾਪਸ ਪਿੰਡ ਆ ਜਾ, ਤੇ ਜੇ ਮੈਂ ਪਿੰਡ ਨਹੀਂ ਸਾਂ ਆਉਂਦਾ ਤੇ ਮੈਨੂੰ ਉੱਥੇ ਫਿਰ ਆਪਣੇ ਦਫ਼ਤਰ ਨਾਲ ਹੀ ਲੈ ਜਾਂਦੇ ਸੀ। ਉੱਥੇ ਬਹਿ ਕੇ ਤੇ ਮੈਂ ਹੋਮਵਰਕ ਵਗੈਰਾ ਆਪਣਾ ਜਿਹੜਾ ਉਹ ਕਰਦਾ ਰਹਿੰਦਾ ਸਾਂ। ਇੱਧਰ ਉੱਧਰ ਮੇਰਾ ਧਿਆਨ ਨਹੀਂ ਸੀ ਜਾਂਦਾ। ਗਰਮੀਆਂ ਦੀ ਛੁੱਟੀਆਂ ਦੀ ਮੈਂ ਗੱਲ ਕਰ ਰਿਹਾ। ਅੱਛਾ, ਉਹ ਹੁਣ ਇੱਕ ਉੱਥੇ ਜਿਹੜੀ ਬਹੁਤ ਅੱਜ ਵੀ ਮੈਨੂੰ ਯਾਦ ਹੈ ਕਿ ਮੈਨੂੰ ਸਭ ਤੋਂ ਜ਼ਿਆਦਾ ਉੱਥੇ ਖਾਣ ਪੀਣ ਦੇ ਹਵਾਲੇ ਨਾਲ, ਜਦੋਂ ਵੀ ਮੈਂ ਸਟੇਟ ਬੈਂਕ ਕੁਆਰਟਰਾਂ ਚੋਂ ਨਿਕਲ ਕੇ ਆਉਣਾ ਤੇ ਉੱਥੇ ਫਰਜ਼ੰਦ ਲੱਸੀ ਹਾਊਸ ਹੁੰਦਾ ਸੀ ਪਾਪੋਸ਼ ਨਗਰ ਦੇ ਵਿੱਚ। ਕਰਾਚੀ ਦੇ ਰਹਿਣੇ ਵਾਲੇ ਅਗਰ ਕੋਈ ਸੁਣਦਾ ਹੈ ਤੇ ਉਹ ਮੈਨੂੰ ਕਮੈਂਟ ਹੀ ਦੱਸਣ ਕਿ ਉਹ ਅੱਜ ਵੀ ਫਰਜ਼ੰਦ ਲੱਸੀ ਹਾਊਸ ਔਰ ਪੰਜਾਬ ਲੱਸੀ ਹਾਊਸ ਉੱਤੇ ਮੌਜੂਦ ਹੈ ਕਿ ਨਹੀਂ। ਬੜੀ ਜ਼ਬਰਦਸਤ ਲੱਸੀ ਉਹ ਬਣਾਉਂਦੇ ਹੁੰਦੇ ਸਨ। ਤੇ ਉਹ ਲੱਸੀ ਜਿਹੜੀ ਉਹ ਪੀਣੀ, ਤੇ ਉੱਥੋਂ ਮੈਂ ਫਿਰ ਬੱਸ ਤੇ ਬਹਿ ਕੇ ਟਾਵਰ ਚਲੇ ਜਾਣਾ। ਉੱਥੇ ਦਿਹਾੜੀ ਜਿਹੜਾ ਭਾਈਆਂ ਦੇ ਨਾਲ ਹੀ ਰਹਿਣਾ, ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਮੈਂ ਵਾਪਸ ਆ ਜਾਣਾ। ਇਹ ਜਦੋਂ ਅਸੀਂ ਕਿਸੇ ਛੁੱਟੀ ਵਾਲੇ ਦਿਨ, ਛੁੱਟੀਆਂ ਉਦੋਂ ਦੋ ਨਹੀਂ ਸਨ ਹੁੰਦੀਆਂ, ਇੱਕ ਹੀ ਛੁੱਟੀ ਹੁੰਦੀ ਸੀ। ਕਦੀ ਉਹ ਜੁਮੇ ਦੀ ਛੁੱਟੀ ਹੁੰਦੀ ਸੀ, ਕਦੀ ਉਹ ਇਤਵਾਰ ਦੀ ਛੁੱਟੀ ਹੁੰਦੀ ਸੀ। ਅਸੀਂ ਆਮ ਤੌਰ ਤੇ ਇਤਵਾਰ ਦੀ ਪਹਿਲਾਂ ਹੁੰਦੀ ਸੀ, ਜੁਮੇ ਦੀ ਛੁੱਟੀ ਬਾਅਦ ਵਿੱਚ ਫਿਰ ਆਈ ਹੈ। ਛੁੱਟੀ ਵਾਲੇ ਦਿਨ ਫਿਰ ਮੈਨੂੰ ਉਹਨਾਂ ਫਰਾਂ ਟਰਾਂ ਲੈ ਜਾਣਾ। ਔਰ ਉਸ ਵਕਤ ਕਰਾਚੀ ਵਿੱਚ ਫਿਰਨ ਟੁਰਨ ਵਾਲੀ ਜਿਹੜੀ ਜਗ੍ਹਾ ਹੁੰਦੀ ਸੀ ਆਮ, ਇੱਕ ਤੇ ਚਿੜੀਆ ਘਰ ਹੈਗਾ ਸੀ, ਕਲਿਫਟਨ ਹੈਗਾ ਸੀ ਜਿਹੜਾ ਕਿ ਸਾਹਲੇ ਸਮੁੰਦਰ ਸੀ। ਸਾਹਲੇ ਸਮੁੰਦਰ ਤੇ ਦੂਸਰਾ ਪੁਆਇੰਟ ਪੈਰਾਡਾਈਜ਼ ਪੁਆਇੰਟ ਸੀ। ਪੈਰਾਡਾਈਜ਼ ਪੁਆਇੰਟ ਦੇ ਨਾਲ ਹੀ ਇੱਕ ਤੀਸਰਾ ਪੁਆਇੰਟ ਸੈਂਡ ਸਪਾਟ ਉਹਨੂੰ ਕਹਿੰਦੇ ਸੀ, ਹਿਲ ਪਾਰਕ। ਇਹ ਮਾਰੂਫ ਉਹ ਜਿਹੜੀਆਂ ਜਗ੍ਹਾ ਨੇ ਜਿਹੜੀਆਂ ਕਿ ਉੱਥੇ ਵੇਖੀ। ਜਾਂ ਫਿਰ ਕਿਮਾੜੀ ਮਨੌੜਾ, ਜਦੋਂ ਤੁਸੀਂ ਅਗਰ ਮਨੌੜੇ ਜਾਣਾ, ਜਿਹੜਾ ਇੱਕ ਜਜ਼ੀਰਾ ਹੈਗਾ ਜਿਹੜਾ ਕਰਾਚੀ ਤੋਂ ਤਕਰੀਬਨ ਮੇਰਾ ਖਿਆਲ 10 15 ਕਿਲੋਮੀਟਰ ਹੀ ਹੈਗਾ। ਕਿਮਾੜੀ ਤੁਸੀਂ ਜਾ ਕੇ ਤੇ ਉੱਥੋਂ ਤੁਸੀਂ ਲਾਂਚ ਵਿੱਚ ਬਹਿੰਦੇ ਸੋ, ਇਹਦੇ ਚ ਕਸ਼ਤੀ 'ਚ ਬਹਿੰਦੇ ਸੋ। ਕਸ਼ਤੀ 'ਚ ਬਹਿ ਕੇ ਤੁਸੀਂ ਉਸ ਜਜ਼ੀਰੇ ਤੇ ਮਨੌੜਾ ਜਾਂਦੇ ਸੋ। ਉਹ ਸਾਰਾ ਇਲਾਕਾ ਉਦੋਂ ਵੀ ਨੇਵੀ ਕੋਲ ਸੀ, ਤੇ ਹੁਣ ਵੀ ਉਹ ਨੇਵੀ ਕੋਲ ਹੀ ਹੈਗਾ, ਪਾਕਿਸਤਾਨ ਨੇਵੀ ਕੋਲ। ਔਰ ਉੱਥੇ ਬੜੇ ਜ਼ਬਰਦਸਤ ਜਿਹੜਾ ਉਹ ਮਜ਼ਾ ਆਉਂਦਾ ਹੁੰਦਾ ਸੀ ਫਿਰਨ ਦਾ। ਸਾਹਲੇ ਸਮੁੰਦਰ ਬੜੇ ਹੀ ਸਾਫ਼ ਸਨ, ਔਰ ਬੜੀ ਅਟਰੈਕਸ਼ਨ ਉਹਦੇ ਤੇ ਸਨ। ਔਰ ਲੋਕ ਉਸ ਜ਼ਮਾਨੇ ਦੇ ਵਿੱਚ ਇਸ ਰੋਸ਼ਨੀਆਂ ਦੇ ਸ਼ਹਿਰ ਨੂੰ ਵੇਖਣ ਵਾਸਤੇ ਜਿਹੜਾ ਇਹ ਕਰਾਚੀ ਆਉਂਦੇ ਹੁੰਦੇ ਸਨ। ਅਰਬ ਵੀ ਆਉਂਦੇ ਹੁੰਦੇ ਹਨ, ਦੁਬਈ ਜਾਂ ਸਊਦੀਆ ਦੇ ਲੋਕ, ਕਿ ਜੀ ਰੋਸ਼ਨੀਆਂ ਦਾ ਸ਼ਹਿਰ ਹੈ ਤੇ ਬੜਾ ਵੱਡਾ ਸ਼ਹਿਰ ਹੈ ਤੇ ਅਸੀਂ ਵੇਖਣ ਆਉਣਾ ਹੈ। ਬੜਾ ਬਹੁਤ ਡਿਵੈਲਪਡ ਸਿਟੀ ਉਸ ਜ਼ਮਾਨੇ ਦੇ ਹਵਾਲੇ ਨਾਲ ਹੁੰਦਾ ਸੀ। ਹੁਣ ਇੱਥੇ ਇੱਕ ਗੱਲ ਮੈਂ ਭੁੱਲ ਨਾ ਜਾਵਾਂ ਕਿ ਉਹ ਜ਼ਮਾਨਾ ਕਿ ਜਦੋਂ ਮੈਂ ਪਿੰਡੋਂ ਗਿਆ ਤਾਂ ਉਦੋਂ ਇਹ ਸਊਦੀਆ ਦੇ ਵਿੱਚੋਂ ਲੋਕ ਆਉਂਦੇ ਹੁੰਦੇ ਸੀ, ਸਾਡੀ ਮਸਜਿਦਾਂ ਚਲਾਉਣ ਹੁੰਦਾ ਸੀ ਕਿ ਬੱਦੂ ਆਏ ਨੇ ਤੇ ਬੱਦੂਆਂ ਨੂੰ ਰੋਟੀ ਜਿਹੜੀ ਖਵਾਉਣੀ। ਇਹ ਜਿਹੜੇ ਮਹਿਮਾਨ ਬਣ ਕੇ ਆਉਂਦੇ ਸਨ ਨਾ, ਉਸ ਵੇਲੇ ਸਾਊਦੀ ਅਰਬ ਜਾਂ ਅਰਬ ਦੇ ਜਿਹੜੇ ਇਲਾਕੇ ਨੇ, ਬੜੀ ਭੁੱਖ ਹੁੰਦੀ ਸੀ। ਤੇ ਉੱਥੋਂ ਕੋਈ ਸਾਡਾ ਇੱਕ ਅਕੀਦਾ ਸੀ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਸਰਜ਼ਮੀਨ ਤੋਂ, ਜਿੱਥੇ ਸਾਡੇ ਪੈਗੰਬਰ ਪਿਆਰੇ ਨਬੀ ਰਹੇ, ਉਸ ਜ਼ਮੀਨ ਤੋਂ ਜਿਹੜੇ ਬੰਦੇ ਆਉਂਦੇ ਨੇ ਉਹ ਸਾਡੇ ਵਾਸਤੇ ਬੜੇ ਹੀ ਕਾਬਲੇ ਕਦਰ ਨੇ। ਇਹ ਫਿਰ ਬੱਦੂ ਜਿਹੜੇ ਨੇ ਨਾ, ਇਹ ਆਉਂਦੇ ਹੁੰਦੇ ਸਨ ਖੁਸ਼ਕੀ ਦੇ ਰਸਤੇ ਆਉਂਦੇ ਹਨ ਜਾਂ ਕਿਵੇਂ ਆਉਂਦੇ ਸਨ, ਲੇਕਿਨ ਮੈਨੂੰ ਇਹ ਯਾਦ ਹੈ ਕਿ ਮੇਰੀ ਮਾਂ ਨੇ ਮੈਨੂੰ ਕਹਿਣਾ ਕਿ ਉਹ ਬੱਦੂ ਨੂੰ ਰੋਟੀ ਦੇ ਆ, ਮਸਜਿਦ 'ਚ ਹੀ ਰਹਿੰਦੇ ਹੁੰਦੇ ਸਨ ਆ ਕੇ। ਔਰ ਉਹ ਜ਼ਮਾਨਾ ਤੁਸੀਂ ਵੇਖੋ ਕਿ ਪਾਕਿਸਤਾਨ ਤੋਂ ਕਿੱਥੇ ਖਲੋਤਾ ਸੀ 1969 70 ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਧੀਰੇ 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 ਡਿਟੀਰੀਓਰੇਸ਼ਨ ਜਿਹੜੀ ਹੈ ਉਹ ਹੁੰਦੀ ਗਈ। ਖੈਰ ਉਸ ਤੋਂ ਬਾਅਦ
ਜਿਸ ਵੇਲੇ ਕਰਾਚੀ ਦੇ ਵਿੱਚ ਉਸ ਵਕਤ ਦੇ ਫਿਰ ਸਿਆਸੀ ਹਾਲਾਤ ਡਗਰਗੂਈ ਸਨ। ਕਰਾਚੀ ਦੀ ਵਾਹਿਦ ਸਟਰੋਂਗੈਸਟ ਜਿਹੜੀ ਪਾਰਟੀ ਹੁੰਦੀ ਸੀ ਉਹ ਉਸ ਵਕਤ ਤੱਕ ਵੀ ਜਮਾਤ ਇਸਲਾਮੀ ਹੁੰਦੀ ਸੀ। ਔਰ ਜਮਾਤ ਇਸਲਾਮੀ ਦੇ ਵੀ ਮੈਂ ਤੁਹਾਨੂੰ ਦੱਸਿਆ ਪ੍ਰੋਫੈਸਰ ਖੁਰਸ਼ੀਦ ਸਾਹਿਬ ਔਰ ਮਹਿਮੂਦ ਆਜ਼ਮ ਫਾਰੂਕੀ ਸਾਹਿਬ, ਇਹ ਉਸ ਵਕਤ ਦੇ ਜਿਹੜੇ ਸਾਡੇ ਤੁਸੀਂ ਕਹ ਲਓ ਅਕਾਬਰੀਨ ਸਨ ਜਮਾਤ ਇਸਲਾਮੀ ਦੇ ਲੀਡਰ ਸਨ, ਔਰ ਉਹ ਉਸ ਵਕਤ ਮੌਜੂਦ ਹੁੰਦੇ ਸਨ। ਹੁਣ ਇਹ ਜ਼ਾਹਿਰ ਹੈ ਕਿ ਵਕਤ ਗੁਜ਼ਰਨ ਦੇ ਨਾਲ ਇਹ ਚੀਜ਼ਾਂ ਆਹਿਸਤਾ 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 ਤਬਦੀਲ ਹੁੰਦੀਆਂ ਜਾਂਦੀਆਂ ਨੇ। ਬੰਦੇ ਨੂੰ ਮੈਂ ਜਿਹੜਾ ਲਰਨ ਕੀਤਾ ਉੱਥੋਂ ਕਿ ਉਸ ਵਕਤ ਜਮਾਤੇ ਇਸਲਾਮੀ ਦੀ ਵਜ੍ਹਾ ਤੋਂ ਜਿਹੜਾ ਕਿ ਬੜੀ ਡਿਵੈਲਪਮੈਂਟ ਹੀ ਸੀ ਉਸ ਇਲਾਕੇ ਦੇ ਵਿੱਚ, ਉੱਥੇ ਚੋਰੀ ਚੁਕਾਰੀ ਨਹੀਂ ਸੀ, ਬੜੇ ਓਨੈਸਟ ਲੋਕ ਸਨ ਜਿਹੜੇ ਸਿਆਸੀ ਸਨ, ਔਰ ਉਹਨਾਂ ਨੂੰ ਜਿਹੜੀ ਹੱਕੇ ਹੁਕਮਰਾਨੀ ਉੱਥੇ ਮਿਲਦਾ ਸੀ ਉਹਦੇ ਵਿੱਚੋਂ ਕਿ ਕਰਪਸ਼ਨ ਜਿਹੜੀ ਇੱਕ ਦੂਰ ਦੂਰ ਦਾ ਕੋਈ ਕੰਮ ਹੋਏਗਾ ਕਰਪਸ਼ਨ ਵਾਲਾ ਜਿਹੜਾ ਉਸ ਵਕਤ ਤੱਕ ਇੰਨਾ ਜਿਹੜਾ ਉਹ ਜ਼ੋਰ ਨਹੀਂ ਸੀ, ਜਿਹੜਾ ਵਕਤ ਗੁਜ਼ਰਨ ਦੇ ਨਾਲ ਇਹ ਜ਼ੋਰ ਫਿਰ ਜਿਹੜਾ ਇਹ ਬਣਦਾ ਗਿਆ। ਹੁਣ 7ਵੀਂ 6ਵੀਂ 7ਵੀਂ ਜ਼ਾਹਿਰ ਹੈ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਕੱਠੀ ਕੀਤੀ ਅਲੀਮੀਆ ਬॉयਜ਼ ਦੇ ਵਿੱਚੋਂ 7ਵੀਂ ਮੈਂ ਕਰ ਲਈ ਤੇ ਅੱਗੋਂ ਉਹਨੂੰ ਕਹਿੰਦੇ ਨੇ ਮਿਡਲ ਸਟੈਂਡਰਡ ਐਗਜ਼ਾਮੀਨੇਸ਼ਨ 8ਵੀਂ ਦਾ। ਉਹ 8ਵੀਂ ਫਿਰ ਮੈਂ ਕਿੱਥੋਂ ਸ਼ੁਰੂ ਕੀਤੀ ਉਹ ਮੈਂ ਅਗਲੀ ਵੀਡੀਓ ਤੇ ਵੀ ਡਿਸਕਸ ਕਰਾਂਗਾ।